ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਦਾ ਵਰਕਸ਼ੀਟ ਨੰਬਰ ਜਿਹੜੀ ਸਿੱਖਣ ਪ੍ਰਣਾਮਾਂ ਆਧਾਰਿਤ ਅਭਿਆਸ ਪੁਸਤਕ ਦੇ ਵਿੱਚ 5ਵੀਂ ਕਲਾਸ ਦੀ ਹੈ। ਵਰਕਸ਼ੀਟ ਨੰਬਰ ਆਪਾਂ 3 ਕਰਾਂਗੇ। ਤਾਂ 3 ਵਰਕਸ਼ੀਟ ਬੇਟੇ ਤੁਹਾਡੀ ਜਿਹੜੀ ਹੈ ਇਹ ਲੈਸਨ 1 ਤੋਂ ਲੈ ਕੇ 4 ਤੱਕ ਵਿੱਚੋਂ ਲਈ ਗਈ ਹੈ। ਦੇਖੋ 1 ਤੋਂ ਲੈ ਕੇ 4 ਤੱਕ। ਤਾਂ ਇਹ ਤੁਸੀਂ ਜੇ ਚੈਪਟਰ ਪੜ੍ਹੇ ਹੋਏ ਹੈ ਤਾਂ ਤੁਹਾਨੂੰ ਇਹ ਆਂਦਾ ਹੋਊਗਾ। ਫਸਟ ਜਿਹੜਾ ਹੈਗਾ ਦੇਖੋ ਆਪਾਂ ਚੂਜ਼ ਦਾ ਕਰੈਕਟ ਆਪਸ਼ਨ ਫॉर ਦਾ ਫੋਲੋਇੰਗ ਕੁਐਸਚਨਸ। ਤਾਂ ਇਹ ਬੇਟੇ ਦੇਖੋ ਜਿਹੜੇ ਤੁਹਾਡੇ ਐਲਓ ਹੋ ਰਹੇ ਐਲਓ 16 ਦੇ ਵਿੱਚ ਵੀ ਤੁਸੀਂ ਇਹ ਕਮੀਆਂ ਆ ਰਹੀਆਂ ਤੁਹਾਡੀਆਂ, ਪ੍ਰੋਪਰ ਨਾउन ਤੁਹਾਨੂੰ ਕਲੀਅਰ ਨਹੀਂ ਹੋ ਰਿਹਾ। ਤਾਂ ਪ੍ਰੋਪਰ ਨਾउन ਦਾ ਮੀਨਿੰਗ ਕੀ ਹੁੰਦਾ ਹੈ ਬੱਚੋ? ਚੂਜ਼ ਜਿਹੜਾ ਹੈਗਾ ਉਹਨੇ ਕਿਹਾ ਚੂਜ਼ ਦਾ ਵਰਡ ਵਿਚ ਇਜ਼ ਨਾਟ ਅ ਪ੍ਰੋਪਰ ਨਾउन, ਜਿਹੜਾ ਪ੍ਰੋਪਰ ਨਾउन ਨਹੀਂ ਹੈ ਉਹਨੇ ਕਿਹਾ। ਤਾਂ ਪ੍ਰੋਪਰ ਨਾउन ਹੁੰਦਾ ਹੈ ਖਾਸ ਨਾउन, ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਕਰਦੇ ਹੋ ਖਾਸ, ਜਿਹੜਾ ਖਾਸ ਨਾउन ਨਹੀਂ ਹੈ। ਕਿਸੇ ਦਾ ਵੀ ਨਾਮ ਜਿਵੇਂ ਹੋਵੇ ਆਪਾਂ ਕੀਤਾ ਨੇਮਿੰਗ ਵਰਡਸ ਹੋ ਗਏ, ਕੋਈ ਜਗ੍ਹਾ ਦਾ ਨਾਮ ਹੋ ਗਿਆ, ਉਹ ਹੁੰਦਾ ਨਾउन। ਪ੍ਰੋਪਰ ਕਿਸੇ ਜਗ੍ਹਾ ਦਾ ਨਾਮ ਆਪਾਂ ਨੂੰ ਪਤਾ ਹੋਵੇ, ਜਿਵੇਂ ਹੁਣ ਏ ਦੇ ਵਿੱਚ ਇੱਥੇ ਲਿਖਿਆ ਦੇਖੋ ਟੋਕੀਓ, ਤਾਂ ਆਪਾਂ ਨੂੰ ਪਤਾ ਹੈ ਵੀ ਟੋਕੀਓ ਜਗ੍ਹਾ ਕਿੱਥੇ ਹੈ, ਤੇ ਇਹ ਪ੍ਰੋਪਰ ਨਾउन ਹੈ। ਇਟ ਇਜ਼ ਨਾਟ ਇਹਨੂੰ ਆਪਾਂ ਨਾਟ ਨਹੀਂ ਕਹਿ ਸਕਦੇ, ਤੇ ਇਹਦੇ ਤੇ ਟਿਕ ਨਹੀਂ ਲਗਾਣੀ। ਹੁਣ ਦੇਖੋ ਏਸ਼ੀਅਨ ਗੇਮਸ ਹੈ, ਗੇਮਸ ਬਹੁਤ ਹੁੰਦੀਆਂ ਪਰ ਏਸ਼ੀਅਨ ਪਰ ਇਹਦਾ ਪ੍ਰੋਪਰ ਨਾउन ਹੈ, ਇਟ ਮੀਨਸ ਇਹਦੇ ਤੇ ਵੀ ਆਪਾਂ ਟਿਕ ਨਹੀਂ ਲਗਾਣੀ। ਨੈਕਸਟ ਦੇਖੋ ਬੱਚੋ ਲਿਖਿਆ ਹੋਇਆ ਮੈਡਲ। ਹੁਣ ਮੈਡਲ ਕਿਹੜਾ ਹੈ? 골ਡ ਦਾ ਹੈ, ਕਾਪਰ ਦਾ ਹੈ ਕਿ ਕਿਹੜਾ ਹੈ? ਫਰਸਟ ਹੈ, ਸੈਕੰਡ ਹੈ, ਥਰਡ ਹੈ? ਇਹ ਨਹੀਂ ਸਾਨੂੰ ਪਤਾ, ਇਟ ਮੀਨਸ ਇਹ ਪ੍ਰੋਪਰ ਨਾउन ਨਹੀਂ ਹੈ। ਪਰ ਆਪਾਂ ਸਾਰੀਆਂ ਚਾਰੋਂ ਆਪਸ਼ਨਸ ਪੜ੍ਹਨੀਆਂ ਨੇ। ਅੱਗੇ ਦੇਖੋ ਫੋਰਥ ਤੇ ਲਿਖਿਆ ਅਬਦੁਲ ਖਾਲਿਕ, ਤਾਂ ਇਹ ਵੀ ਕਿਸੇ ਦਾ ਨਾਮ ਹੈ, ਇਹ ਕਿਸੇ ਦਾ ਇੱਕ ਬੰਦੇ ਦਾ ਹੀ ਨਾਮ ਹੋ ਸਕਦਾ ਹੈ ਨਾ, ਜਾਂ 4 ਦਾ ਵੀ ਜੇ ਹੋਊਗਾ ਤਾਂ ਮਤਲਬ ਇਹ ਪ੍ਰੋਪਰ ਨਾउन ਹੈ। ਤਾਂ ਜਿਹੜਾ ਨਹੀਂ ਹੈਗਾ ਉਹ ਸੀ ਆਪਸ਼ਨ, ਆਪਾਂ ਸੀ ਦੇ ਉੱਪਰ ਟਿਕ ਲਗਾ ਦਾਂਗੇ। ਸੈਕਿੰਡ ਬੱਚੋ ਦੇਖੋ ਕੀ ਲਿਖਿਆ, ਚੂਜ਼ ਦਾ ਕਰੈਕਟ ਆਪਸ਼ਨ। ਆਪਾਂ ਕਰੈਕਟ ਆਪਸ਼ਨ ਚੂਜ਼ ਕਰਨੀ ਹੈ। ਹੁਣ ਦੇਖੋ ਕੀ ਲਿਖਿਆ ਹੋਇਆ ਹੈ, ਰਾਹੁਲ ਇਜ਼ ਗੋਇੰਗ ਟੂ। ਹੁਣ ਰਾਹੁਲ ਗੋਇੰਗ ਟੂ ਡੈਸ਼ ਗ੍ਰੈਂਡਫਾਦਰਸ ਹਾਊਸ। ਰਾਹੁਲ ਕਿੱਥੇ ਜਾ ਰਿਹਾ? ਗੋਇੰਗ ਟੂ ਗ੍ਰੈਂਡਫਾਦਰਸ ਹਾਊਸ। ਹੁਣ ਆਪਾਂ ਨੀਚੋਂ ਇੱਥੋਂ ਦੇਖਣਾ ਹੈ। ਏ ਦੇ ਉੱਪਰ ਦੇਖੋ ਕੀ ਲਿਖਿਆ ਹੈ, ਐਚ ਹੀ, ਬੀ ਦੇ ਉੱਪਰ ਹਿਜ਼, ਸੀ ਦੇ ਉੱਪਰ ਹਿਮ, ਡੀ ਦੇ ਉੱਪਰ ਦੇ। ਤਾਂ ਇਹਨਾਂ ਚੋਂ ਕਿਹੜਾ ਆ ਜਾਊਗਾ? ਰਾਹੁਲ ਇਜ਼ ਗੋਇੰਗ ਟੂ ਹਿਜ਼, ਹਿਜ਼ ਆ ਜਾਊਗਾ ਬੇਟਾ ਇੱਥੇ। ਤਾਂ ਹਿਜ਼ ਦੇ ਉੱਪਰ ਆਪਾਂ ਟਿਕ ਲਗਾ ਦਾਂਗੇ, ਔਰ ਤੁਸੀਂ ਇੱਥੇ ਜਿਹੜਾ ਹੈਗਾ ਹਿਜ਼ ਲਿਖ ਸਕਦੇ ਹੋ, HIS ਹਿਜ਼। ਥਰਡ ਤੇ ਹੈ ਰੀਡ ਦਾ ਐਡਵਰਟਾਈਜ਼ਮੈਂਟ ਐਂਡ ਚੂਜ਼ ਦਾ ਆਪਸ਼ਨ। ਤੁਸੀਂ ਐਡਵਰਟਾਈਜ਼ਮੈਂਟ ਪੜ੍ਹਨੀ ਹੈ ਔਰ ਆਪਸ਼ਨ ਨੂੰ ਸਿਲੈਕਟ ਕਰਨਾ ਹੈ। ਨੀਚੇ ਦੇਖੋ ਸਪੋਰਟਸ ਕੰਪੀਟੀਸ਼ਨ ਲਿਖਿਆ ਔਰ ਡੇਟ ਦਿੱਤੀ ਹੋਈ ਹੈ। ਇਵੈਂਟਸ ਕਿਹੜੇ ਹੈ? ਖੋ ਖੋ ਗਰਲਸ ਵਾਸਤੇ ਹੈ, ਬੈਡਮਿੰਟਨ ਦੋਨਾਂ ਵਾਸਤੇ, ਗਰਲਸ ਤੇ ਬॉयਜ਼ ਵਾਸਤੇ, ਦੋਨਾਂ ਲਈ ਦਿੱਤਾ ਹੋਇਆ ਹੈ। ਹਾਕੀ ਬॉयਜ਼ ਵਾਸਤੇ ਹੈ, ਫੁੱਟਬਾਲ ਵੀ ਬॉयਜ਼ ਲਈ ਹੈ। ਤਾਂ ਉਹ ਕਹਿੰਦੇ ਵਿਚ ਕੰਪੀਟੀਸ਼ਨ, ਕੀ ਬੋਲ ਰਿਹਾ ਹੋ? ਕੰਪੀਟੀਸ਼ਨ ਇਜ਼ ਓਨਲੀ, ਓਨਲੀ ਮਤਲਬ ਹੁੰਦਾ ਸਿਰਫ, ਫॉर गर्ल्स, ਜਿਹੜਾ ਸਿਰਫ गर्ल्स ਵਾਸਤੇ ਕੰਪੀਟੀਸ਼ਨ ਹੈ ਉਹ ਉਹਨੇ ਪੁੱਛਿਆ। ਤਾਂ ਹੁਣ ਦੇਖੋ ਇੱਥੇ ਅਸੀਂ ਇਹ ਬॉयਜ਼ ਆਇਆ, ਇਹ ਬॉयਜ਼ ਆਇਆ, ਇਹ गर्ल्स ਐਂਡ बॉयਜ਼, ਬੈਡਮਿੰਟਨ ਤਾਂ ਦੋਨਾਂ ਲਈ ਹੈ। ਤਾਂ ਉਹਨੇ ਕੀ ਪੁੱਛਿਆ? ਓਨਲੀ। ਤਾਂ ਓਨਲੀ ਵਾਸਤੇ ਕਿਹੜਾ ਹੈ? ਖੋ ਖੋ, ਖੋ ਖੋ ਗੇਮ ਹੈ। ਤਾਂ ਅਸੀਂ ਇਹਦੇ ਵਿੱਚ ਇੱਥੇ ਦੇਖੋ ਫੁੱਟਬਾਲ ਲਿਖਿਆ ਹੈ, ਇਹ ਨਹੀਂ ਹੈ, ਇਹਦੇ ਤੇ ਨਹੀਂ ਲਗਾਣਾ ਅਸੀਂ, ਹਾਕੀ ਤੇ ਵੀ ਨਹੀਂ ਲਗਾਣਾ। ਸੀ ਦੇ ਉੱਪਰ ਬੈਡਮਿੰਟਨ ਲਿਖਿਆ, ਇਹਦੇ ਤੇ ਵੀ ਨਹੀਂ ਲਗਾਣਾ। ਡੀ ਦੇ ਉੱਪਰ ਖੋ ਖੋ ਹੈ, ਆਪਾਂ ਖੋ ਖੋ ਇਜ਼ ਓਨਲੀ ਫॉर गर्ल्स, ਤਾਂ ਇਹਦੇ ਤੇ ਆਪਾਂ ਟਿਕ ਲਗਾ ਦਾਂਗੇ। नेक्स्ट बच्चों फोर्थ है, आई वर्क वेरी हार्ड, आई स्टिच योर क्लोथ्स एंड मेक यू स्मार्ट, हु आई एम। तो कौन हुंदा है जिहड़ा स्टिच करदा है क्लोथ्स नू? कौन करदा है? क्लोथ्स जे अच्छे पाए हों तो तुसी स्मार्ट लगदे हो ना, स्मार्ट लुक भी लगदी है। तो ये कौन है? ए ते टेलर, टेलर हुंदा है। बी ते शॉपकीपर या शॉपकीपर हुंदा है। सी दे उपर कॉबलर है, डी दे उपर फार्मर है। तो इहदा आंसर की आ जाऊगा? टेलर हुंदा है ना जिहड़ा स्टिच करदा है। फिफ्थ ਦੇ ਉੱਪਰ ਹੈ ਤੁਹਾਡਾ ਕੁਐਸਚਨ। ਫਿਫਥ, ਦ ਲਾਸਟ ਵਰਡਸ ਆਫ ਮਿਲਖਾ ਸਿੰਘਸ ਫਾਦਰ ਵਰ। ਮਿਲਖਾ ਸਿੰਘ ਦੇ ਲਾਸਟ ਵਰਡਸ ਜਿਹੜੇ ਫਾਦਰ ਦੇ ਸੀ ਕੀ ਸੀਗੇ? ਭਾਗ ਮਿਲਖਾ ਭਾਗ। ਹੇਅਰ ਮਿਲਖਾ ਸਿੰਘਸ ਫਾਦਰ ਵਾਂਟਡ ਟੂ, ਕੀ ਚਾਹੁੰਦੇ ਸੀ ਉਹਨਾਂ ਦੇ ਫਾਦਰ ਇਹ ਵਰਡਸ ਬੋਲ ਕੇ? ਏ ਮੇਕ ਹਿਮ ਸਟਰੋਂਗ, ਬੀ ਸੇਵ ਹਿਮ, ਸੀ ਕਮ ਫਾਸਟ, ਡੀ ਨਨ ਆਫ ਥੀਸ। ਤਾਂ ਤੁਸੀਂ ਇਹ ਚੈਪਟਰ ਪੜ੍ਹਿਆ। ਇਹ ਚੈਪਟਰ ਦੇ ਵਿੱਚ ਉਹਨਾਂ ਦੇ ਫਾਦਰ ਜਦੋਂ ਆਹ ਪਾਰਟੀਸ਼ਨ ਹੋਈ ਹੈ ਉਦੋਂ ਉਹਨਾਂ ਨੇ ਕਿਹਾ ਸੀ ਨਾ, ਉਹਨਾਂ ਨੇ ਕਿਹਾ ਸੀ ਆਪਣੀ ਜਾਨ ਬਚਾ ਤੇ ਭੱਜ, ਤੇ ਇਹਦਾ ਮਤਲਬ ਸੇਵ ਹਿਮ, ਉਹਨੂੰ ਬਚਾਉਣ ਲਈ ਕਿਹਾ ਸੀ, ਭਾਗ ਮਿਲਖਾ ਭਾਗ। 6ਵੇਂ ਨੰਬਰ ਤੇ ਦੇਖੋ ਬੇਟਾ 6ਵਾਂ ਕੁਐਸਚਨ ਹੈ ਤੁਹਾਡਾ, ਆਪੋਜ਼ਿਟ ਆਫ ਲਾਸਟ ਇਜ਼। ਲਾਸਟ ਦਾ ਆਪੋਜ਼ਿਟ, ਆਪੋਜ਼ਿਟ ਮਤਲਬ ਹੁੰਦਾ ਉਲਟ। ਤਾਂ ਲਾਸਟ ਅਖੀਰ ਵਾਲਾ, ਅਖੀਰ ਦਾ ਉਲਟ ਕੀ ਹੁੰਦਾ? ਸ਼ੁਰੂ ਵਾਲਾ, ਹੈ ਨਾ।
ਤਾਂ ਇੰਗਲਿਸ਼ 'ਚ ਦੇਖਦੇ ਆਪਾਂ ਇੱਥੇ ਕੀ ਹੈ। A ਦੇ ਉੱਪਰ ਫਾਈਨਲ ਹੈ, ਫਾਈਨਲ ਨਹੀਂ ਆਣਾ। B ਦੇ ਉੱਪਰ ਫਿਨਿਸ਼ ਹੈ, ਫਿਨਿਸ਼ ਵੀ ਐਂਡ ਹੀ ਹੁੰਦਾ ਹੈ, ਲਾਸਟ, ਇਹ ਵੀ ਨਹੀਂ ਆਣਾ। C ਤੇ ਫਸਟ ਹੈ, ਫਸਟ ਆਊਗਾ। D ਦੇ ਉੱਪਰ ਆਪਾਂ ਦੇਖਦੇ ਹਾਂ ਫਰੰਟ, ਫਰੰਟ ਨਹੀਂ ਆਣਾ ਬੱਚੋ, ਲਾਸਟ ਦਾ ਹੁੰਦਾ ਹੈ ਫਸਟ, ਆਪਾਂ ਫਸਟ ਤੇ ਟਿਕ ਲਗਾ ਦਾਂਗੇ। 7th ਹੈ ਵਿਜੇ ਪਲੇਜ਼ ਡੈਸ਼ ਹਿਸ ਫਰੈਂਡਸ। ਤਾਂ ਵਿਜੇ ਪਲੇਜ਼ ਇੱਥੇ ਕੀ ਆਊਗਾ। A ਦੇ ਉੱਪਰ ਦੇਖੋ ਲਿਖਿਆ ਇਨ, ਇਨ ਨਹੀਂ ਆਣਾ। B ਤੇ ਲਿਖਿਆ ਅਮੰਗ, ਅਮੰਗ ਵੀ ਨਹੀਂ ਆਣਾ। C ਤੇ ਲਿਖਿਆ ਔਨ, ਔਨ ਵੀ ਨਹੀਂ ਆਊਗਾ। D ਤੇ ਲਿਖਿਆ ਵਿਦ, ਵਿਦ ਆਊਗਾ ਬੱਚੋ। ਵਿਜੇ ਪਲੇਜ਼ ਵਿਦ ਹਿਸ ਫਰੈਂਡਸ। 8th क्वेश्चन है चूज द करेक्ट स्टेटमेंट। करेक्ट मतलब तुसी सही स्टेटमेंट देखनी है बेटे। क्वेश्चंस ध्यान नाल पढ़िया करो, कई बार वो इनकरेक्ट पूछा हुंदा हैगा, तो जो पूछा असी जवाब उदा ही देना है। इनकरेक्ट करेक्ट नहीं, उन्हें करेक्ट पूछा। ए दे उपर है ही रीड न्यूज़पेपर रेगुलरली, तो ये तुसी ध्यान दो, देखो सिंगुलर है तो सिंगुलर दे नाल असी एस लगाने, ये गलत है स्टेटमेंट। शी रीड न्यूज़पेपर रेगुलरली, तो शी भी सिंगुलर है, सिंगुलर नाल एस लगाने, ये भी गलत है। अगे आई रीड्स न्यूज़पेपर, आई दे नाल बच्चों रीड आंदा है, ये गलत है। ही रीड्स न्यूज़पेपर रेगुलरली, तो ये ठीक है, सिंगुलर नाल असी वर्ब दे नाल एस लगाने हैं। 9th फाइंड द करेक्ट स्पैलिंग। ये भी बच्चों मोस्टली क्लासेस दे स्पैलिंग गलत जा रहे हैं। थोड़े LO16 दे विच काफी बच्चों दे स्पैलिंग गलत गए है, तो स्पैलिंग अपने जो चैप्टर तुसी रीड कर रहे हो उन्हां दे स्पैलिंग जिहड़े उपर न्यू वर्ड्स दिते हुंदे है उन्हां नूं जरूर लर्न करो। ए दे उपर देखो लिखा है ब्यूटीफुल, ब्यूटीफुल ही है सारियां च। इहदे स्पैलिंग देखने आपां ने BEA ब्यूटीफुल, ये तो याद करने हैं तुसी, इहदे च ए ऑप्शन ठीक है बच्चों। अगे देखो तुहाडा चूज द ऑड वन आउट, ये तुहाडे कोल सारियां कोले बुक्स है, इहदे च पिक्चर्स तुहानू क्लीयर दिख रही ने। देखो ये कैट, कैट किहड़ा एनीमल है, पैट एनीमल है या वाइल्ड एनीमल है, तो रखिया हुंदा है ना, कईयां ने कैट भी रखदे है, कई पैट एनीमल है। काऊ, काऊ भी पैट एनीमल है। ये बियर, बियर वाइल्ड एनीमल है। डॉग, डॉग भी। तो इन्हां चों ऑड किहड़ा है, ऑड दा मतलब हुंदा है जिहड़ा सब तो अलग होवे, कुछ भी दिखा के कर दस सकदे, पुछ सकदे। ऑड बस तुसी जिथे ऑड पुछा होवे उत्थे सब तो जिहड़ा डिफरेंट होवे ओहदे ते आपां टिक लगानी है। तो बियर ऑड है, इहदे ते आपां टिक लगा दांगे। अगे देखो बेटे नेक्स्ट है फ्रेम सेंटेंसेस फॉर द फॉलोइंग वर्ड्स। तो तुसी सेंटेंस बनाने हैं, इन्हां दे जे तुहानू मीनिंग आंदे होणगे तो तुसी सेंटेंस बना लोगे। तो ए दे उपर की है जेंट, जेंट मतलब हुंदा है ह्यूज, बहुत वड्डा। तो जिवें ओहदे च आया सी ना तुहाडे चैप्टर दे विच ग्रैंडमदर वाले च, जेंट्स मेक स्विफ्ट मूव्स, तो आपां ये लिख सकते हैं GIANT, जेंट, MAKE मेक, SWIFT स्विफ्ट, स्विफ्ट मतलब हुंदा है बहुत फास्ट। मूव्स MOVES मूव्स, फुल स्टॉप। राइटिंग बेटे थोड़ी साफ ही लिखनी है। अगे फेमस, तो फेमस तुहाडे चैप्टर च आया सी मिल्खा सिंह वाले च, तो तुसी ओही लिख सकते हो ना, या किसी होर दा नाम भी लिख सकते हो, जिवें तुहाडा नाम तुसी जिहदा भी लिख सकते हो। मिल्खा सिंह इज अ फेमस एथलीट, ये लिख सकते हो तुसी। तो कैपिटल लैटर पाना है क्योंकि नाउन है। मिल्खा SINGH सिंह is a famous, फेमस आ गया ना एथलीट। नीचे वाला सेंटेंस भी तुहाडा बन जाएगा। देखो नीचे तुहाडा वर्ड जिहड़ा हैगा एथलीट दिता होया है, तो तुहाडा ये भी आ जाएगा एथलीट। यही तुसी नेक्स्ट दे विच भी लिख सकते हो, मिल्खा मिल्खा सिंह is a famous athlete। फुल स्टॉप। वन हुण तुसी खुद लिख सकते हो, या मिल्खा सिंह 1 गोल्ड मेडल, या अपना लिख सकते हो। चलो अपना लिख दिंदे इत्थे I
वन मतलब हुंदा बच्चों जितना। I won gold medal, I won gold medal in गेम। तुसी जो लिखनी है लिख दो बैडमिंटन। स्पैलिंग ਉਹੀ लिखने हैं ਜਿਹੜੇ ਤੁਹਾਨੂੰ ਲੱਗਦੇ ਆਉਂਦੇ ਹੋਣ। तो ਤੁਹਾਡਾ ਬੇਟੇ ਇਹ ਵਾਲਾ पेज 65 नंबर वाला पेज 65 हो गया। नेक्स्ट ਆਪਾਂ ਚੱਲਦੇ हैं 66 नंबर पेज ਤੇ। ਤਾਂ ਵਰਕਸ਼ੀਟ ਹਲੇ 3 ਹੀ ਚੱਲ ਰਹੀ ਹੈ। ਵਰਕਸ਼ੀਟ 3 ਦੇ ਵਿੱਚ ਹੀ ਹੈ। ਦੇਖੋ ਬੱਚੋ ਕੀ ਲਿਖਿਆ, ਆਨਸਰ ਦਾ ਫੋਲੋਇੰਗ ਕੁਐਸਚਨਸ। ਤਾਂ ਜਿਹੜਾ ਇਹ ਦਿੱਤਾ ਹੋਇਆ ਹੁਣ ਆਨਸਰ ਲਿਖਨੇ ਆ ਤੁਸੀਂ। ਪਹਿਲਾ ਕੀ ਹੈ, ਵਟ ਵਾਸ ਦ ਟਾਈਟਲ। ਉਹਨਾਂ ਨੇ ਕੀ ਪੁੱਛਿਆ, ਟਾਈਟਲ। ਵਟ ਵਾਸ ਦ ਟਾਈਟਲ ਗਿਵਨ ਟੂ ਮਿਲਖਾ ਸਿੰਘ ਬਾਈ ਦ ਪ੍ਰੈਜ਼ੀਡੈਂਟ ਆਫ ਪਾਕਿਸਤਾਨ। ਤਾਂ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਦਿੱਤਾ ਸੀ ਨਾ, ਜਿਹੜਾ ਆਪਾਂ ਬੋਲਦੇ ਆ ਤਾਂ ਇਹ ਸਾਰਿਆਂ ਨੂੰ ਪਤਾ ਹੋਊਗਾ ਕੀ ਦਿੱਤਾ ਸੀਗਾ, ਫਲਾਈਂਗ ਸਿੱਖ। FLYING ਫਲਾਈਂਗ। ਤਾਂ ਆਪਾਂ ਕਹਿੰਨੇ ਵੀ ਉਹਨਾਂ ਨੂੰ ਫਲਾਈਂਗ ਸਿੱਖ ਹੈ, ਫਲਾਈਂਗ ਸਿੱਖ। ਬਾਕੀ ਆਹੀ ਸਾਰਾ ਸੇਮ ਲਿਖ ਦੇਣਾ ਆਪਾਂ ਨੇ। was the flying Sikh was the title given to Milkha Singh by the President of Pakistan, full stop. What did the shoemaker's wife make for the elves? ਤਾਂ ਇਹ ਫਰਸਟ ਚੈਪਟਰ ਚ ਤੁਹਾਡੇ ਆਇਆ ਸੀਗਾ, ਜਿਹੜਾ ਸ਼ੂਮੇਕਰ ਦੀ ਵਾਈਫ ਸੀਗੀ ਉਹਨੇ ਐਲਵਸ ਵਾਸਤੇ ਕੀ ਬਣਾਇਆ ਸੀਗਾ, ਕੀ ਬਣਾਇਆ ਸੀ। ਦ ਸ਼ੂਮੇਕਰ ਇੱਥੋਂ ਹੀ ਲੈ ਲੈਣਾ ਬੱਚੋ ਤੁਸੀਂ। ਸ਼ੂਮੇਕਰ ਮੇਕ ਦੀ ਜਗ੍ਹਾ ਤੇ ਡਿਡ ਹੈ ਕੁਐਸਚਨ ਦੇ ਵਿੱਚ, ਮੇਡ ਆ ਜਾਊਗਾ। ਮੇਡ ਨਿਊ ਕਲੋਥਸ ਫॉर द एल्व्स। ਤਾਂ ਇਹ ਤੁਸੀਂ ਲਿਖ ਦੇਣਾ। ਇੱਥੋਂ ਸਟਾਰਟ ਬੇਟਾ ਕੈਪੀਟਲ ਲੈਟਰ ਤੋਂ ਕਰਨਾ ਹੈ। The shoemakers wife made new clothes for the elves। elves ਦੇ ਉਸਨੇ ਨਏ ਕੱਪੜੇ ਬਣਾਏ। ਹੁਣ ਅੱਗੇ ਉਹ ਕਹਿ ਰਿਹਾ ਰੀਅਰੇਂਜ ਦਾ ਫੋਲੋਇੰਗ ਵਰਡਸ ਇਨ ਐਲਫਾਬੈਟਿਕਲੀ ਆਰਡਰ। ਤੁਸੀਂ ਕੀ ਕਰਨਾ ਹੈ, ਇਹਨਾਂ ਨੂੰ ਐਲਫਾਬੈਟਿਕਲੀ ਆਰਡਰ ਦੇ ਵਿੱਚ ਰੀਅਰੇਂਜ ਕਰਨਾ ਹੈ। ਤਾਂ ਹੁਣ ABC ਆਂਦੀ ਹੈ ਨਾ ਸਾਰਿਆਂ ਨੂੰ, ਤਾਂ ਸਾਰੇ ਦੇਖੋ ਲੈਟਰਸ ਵਰਡਸ ਹੈ ਇਹ ਨਾਲ ਸਟਾਰਟ ਹੋ ਰਿਹਾ ਹੈ। ਇਟ ਮੀਨਸ ਅਸੀਂ ਹੁਣ ABC ਸੈਕੰਡ ਜਿਹੜਾ ਹੈਗਾ ਲੈਟਰ ਦੇਖਾਂਗੇ। ਤਾਂ ਸੈਕੰਡ ਲੈਟਰ ਦੇ ਵਿੱਚ ਦੇਖੋ ਐਡ D ਪਹਿਲਾਂ ਆਂਦਾ, ABCD। ਤਾਂ ਇਹਨੂੰ ਆਪਾਂ ਪਹਿਲਾਂ ਲਿਖ ਦਾਂਗੇ ADD ਐਡ। ਇਹ ਫਰਸਟ ਨੰਬਰ ਤੇ ਲਿਖਤਾ। ਹੁਣ ਇਹ ਹੋ ਗਿਆ DEFGHI। ਤਾਂ I ਵਾਲਾ ਆ ਗਿਆ, 에ਅਰ ਆ ਜਾਊਗਾ। IGHIJKLMNOP P ਵਾਲਾ ਆ ਗਿਆ। ਫਿਰ ਆਪਾਂ P ਵਾਲਾ ਲਿਖ ਦਾਂਗੇ। ਐਪਲ ਆ ਗਿਆ। तो उस तो बाद R आऊगा, ART आर्ट लिख दांगे। फिर लास्ट आस्क लिख दांगे। ये इस तरीके नाल बच्चों तुसी करने हैं, ठीक है। नेक्स्ट है फोर्थ ਤੁਹਾਡਾ fill in the blanks simple present form of verbs given bracket ਤੇ ਤੁਸੀਂ ਕੀਤੀ ਹੈ ਨਾ। simple present form of verbs ਜਿਹੜੀਆਂ ਹੁੰਦੀਆਂ ਨੇ ਇਹਦੇ ਚ ਅਸੀਂ ਜਿਹੜੇ plural ਹੁੰਦੇ ਆ ਉਹਨਾਂ ਨਾਲ ਅਸੀਂ s verb ਦੇ ਨਾਲ ਨਹੀਂ ਲਗਾਉਂਦੇ। ਜਿਹੜੇ singular ਹੁੰਦੇ ਆ ਜਿਵੇਂ singular ਹੋ ਗਏ ਬੱਚੋ he ਹੋ ਗਿਆ, she ਹੋ ਗਿਆ, ਇਹਨਾਂ ਨਾਲ ਅਸੀਂ form of verb ਦੇ ਨਾਲ ਕੀ ਲਗਾਉਂਦੇ ਆ s ਜਾਂ
ES लगाने ਤਾਂ ਇਹ ਯਾਦ ਰੱਖਣਾ ਹੈ ਤੁਸੀਂ। ਔਰ ਜਿਹੜੇ ਦੂਸਰੇ ਹੁੰਦੇ ਆ ਪਲੂਰਲ ਹੁੰਦੇ ਆ ਇਹਦੇ ਚ ਇਹ ਹੁੰਦੇ ਆ ਸਿੰਗੂਲਰ ਲਈ ਹੈ, ਔਰ ਜੋ ਪਲੂਰਲ ਲਈ ਹੈ ਉਹਦੇ ਨਾਲ ਅਸੀਂ ਕੀ ਲਗਾਉਂਦੇ ਆ SES ਨਹੀਂ ਲਗਾਉਂਦੇ, ਇੱਥੇ ਨਹੀਂ ਲਗਾਣੀ ਇੱਥੇ ਲਗਾਣੀ ਹੈ। ਤਾਂ ਉਹ ਇਹਦੇ ਚ ਆ ਜਾਂਦਾ ਜਿਵੇਂ V ਆ ਗਿਆ। ਤਾਂ ਹੁਣ ਇੱਥੇ ਦੇਖੋ V ਦੇ ਨਾਲ ਅਸੀਂ SES ਨਹੀਂ ਲਗਾਣੀ, V ਇੱਥੇ go ਲਿਖਿਆ ਹੋਇਆ goes ਲਿਖਿਆ ਹੋਇਆ ਤਾਂ ਅਸੀਂ ਕੀ ਲਿਖ ਦਾਂਗੇ ਇੱਥੇ go, we go to temple every Sunday। ਨੈਕਸਟ ਹੈ she, ਹੁਣ she ਸਿੰਗੂਲਰ ਹੈ ਤਾਂ ਸਿੰਗੂਲਰ ਨਾਲ ਕੀ ਆਂਦਾ S ਆਂਦਾ ਹੈ ਫਾਰਮ ਆਫ ਵਰਬ ਦੇ ਨਾਲ, ਤਾਂ ਅਸੀਂ ਇੱਥੇ ਕੀ ਲਿਖ ਦਾਂਗੇ she plays basketball। ਨੈਕਸਟ ਸੀ ਰੀਆ, ਹੁਣ ਰੀਆ ਵੀ ਸਿੰਗੂਲਰ ਹੈ, ਕੱਲੀ ਹੈ ਇੱਕ ਕੁੜੀ ਹਨਾ, ਤਾਂ ਇੱਥੇ ਵੀ ਆਪਾਂ ਲਿਖ ਦਾਂਗੇ talks। ਕਾਊਜ਼, ਹੁਣ ਕਾਊਜ਼ ਕੀ ਹੈ ਪਲੂਰਲ ਹੈ, S ਲੱਗਿਆ ਹੋਇਆ ਤਾਂ ਇਹਦੇ ਨਾਲ ਅਸੀਂ eat ਆਊਗਾ, eats ਨਹੀਂ ਆਣਾ, ਠੀਕ ਹੈ, ਇਹ ਧਿਆਨ ਰੱਖਣਾ ਹੈ। ਅੱਗੇ ਬੱਚੋ ਦੇਖੋ ਨੈਕਸਟ ਕੀ ਹੈ ਅੰਡਰਲਾਈਨ ਦਾ ਨਾउन ਇਨ ਦਾ ਗਿਵਨ ਸੈਂਟੈਂਸ। ਅੰਡਰਲਾਈਨ ਕਰਨੇ ਆ ਤੁਸੀਂ, ਕੀ ਕਰਨੇ ਹੈ ਨਾउन ਕਰਨੇ ਆ। ਤਾਂ ਨਾउन ਕੀ ਹੁੰਦਾ ਹੈ ਨੇਮਿੰਗ ਵਰਡ ਹੋਗੀ, ਕਿਸੇ ਜਗ੍ਹਾ ਦਾ ਨਾਮ ਹੋ ਗਿਆ ਜਾਂ ਕੋਈ ਆਈਡੀਆ ਹੋ ਗਿਆ ਉਹਨੂੰ ਅਸੀਂ ਨਾउन ਬੋਲਦੇ ਆ। ਤਾਂ ਨਾउन ਹੁਣ ਦੇਖੋ ਇਹਦੇ ਵਿੱਚ ਕੀ ਲਿਖਿਆ the boy saw the wolf। ਤਾਂ ਹੁਣ boy ਕੀ ਹੈ ਨੇਮਿੰਗ ਵਰਡ ਹੈ, wolf ਵੀ ਨਾउन ਹੈ, ਤਾਂ ਇਹ ਦੋਨੋਂ ਨਾउन ਹੋ ਗਏ। ਸੈਕੰਡ ਦੇ ਵਿੱਚ ਗਰਲਸ ਲਵ ਨਹੀਂ ਆਊਗਾ ਬੱਚੋ, ਡॉल्स, ਇਹ ਦੋਨੋਂ ਨਾउन ਹੈ। ਨੈਕਸਟ ਦੇਖੋ ਹੁਣ 6th ਹੈ ਤੁਹਾਡਾ fill in the blanks with correct preposition। ਤਾਂ ਤੁਸੀਂ ਹੁਣ correct preposition ਲਗਾਣੀ ਹੈ। he lives, ਹੁਣ lives ਜਦੋਂ ਹੈ ਬੇਟਾ s at ਨਹੀਂ ਆਂਦਾ, he lives in England, he lives in England ਆ ਜਾਊਗਾ। ਰਾਹੁਲ will meet me at, the policeman is running, policeman ਜਿਹੜਾ ਹੈਗਾ running ਕਿਹਦੇ ਪਿੱਛੇ ਭੱਜ ਰਿਹਾ, ਪਿੱਛੇ ਕਹਿੰਦੇ ਨਾ after ਆਂਦਾ, ਤਾਂ ਇੱਥੇ ਆਪਾਂ ਲਿਖ ਦਾਂਗੇ after। ਤਾਂ ਹੁਣ ਨੀਚੇ ਦੇਖੋ ਬੇਟੇ ਪਿਕਚਰਸ ਦੇਖ ਕੇ ਤੁਹਾਨੂੰ ਪਤਾ ਚੱਲ ਰਿਹਾ ਨਾ, ਉਹ ਕਹਿੰਦੇ ਆਇਡੈਂਟੀਫਾਈ ਐਂਡ ਰਾਈਟ ਦ ਨੇਮਸ ਆਫ ਦ ਸਪੋਰਟ ਇਨ ਦਾ ਗਿਵਨ ਪਿਕਚਰ। ਤਾਂ ਜਿਹੜੀ ਪਿਕਚਰ ਦੇ ਵਿੱਚ ਤੁਹਾਨੂੰ ਗੇਮ ਦਿਖ ਰਹੀ ਹੈ ਉਹਦਾ ਤੁਸੀਂ ਨੀਚੇ ਲਿਖਣਾ ਹੈ। ਹੁਣ ਦੇਖੋ ਆ ਦੇਖੋ ਰੈਕਟ ਫੜੇ ਹੋਏ ਆ, ਤੇ ਕਿਹੜੀ ਗੇਮ ਹੈ ਬੈਡਮਿੰਟਨ ਹੈ ਨਾ, B, ਹੁਣ ਸਪੈਲਿੰਗ ਤੁਹਾਨੂੰ ਆਣੇ ਚਾਹੀਦੇ ਹੈ ਬੈਡਮਿੰਟਨ। ਅੱਗੇ ਨੈਕਸਟ ਫੁੱਟਬਾਲ ਹੈ, ਇਹ ਤਾਂ ਤੁਸੀਂ ਸਾਰੇ ਖੇਲਦੇ ਹੋਵੋਗੇ, ਇੱਕ ਹੈਗੀ ਫੁੱਟਬਾਲ। ਹੁਣ ਇਹ ਵੀ ਬਹੁਤ ਬੱਚੇ ਖੇਲਦੇ ਆ, ਬਹੁਤ ਖੁਸ਼ ਹੁੰਦੇ ਆ ਖੇਲ ਕੇ ਹਨਾ, ਖੋ ਖੋ। ਨੈਕਸਟ ਬੱਚੋ ਦੇਖੋ ਇਹ ਵਾਲਾ ਤੁਸੀਂ ਤੁਹਾਡੇ ਚੈਪਟਰ ਦੇ ਵਿੱਚ ਆਇਆ ਸੀ ਮਿਲਖਾ ਸਿੰਘ ਦੇ ਵਿੱਚ ਹਨਾ, ਇਹ ਤਾਂ ਤੁਹਾਨੂੰ ਸਾਰਾ ਆਂਦਾ ਹੀ ਹੈ। ਤਾਂ ਇਹਦੇ ਚ ਆਪਾਂ ਫਟਾਫਟ ਲਿਖ ਦੇਣਾ I am very good at, ਕਿਹਦੇ ਚੋਂ ਗੇਮਸ ਹੈ, ਮਾਈ ਫੇਵਰਿਟ ਗੇਮ ਦੇ ਵਿੱਚ ਲਿਖ ਰਿਹਾ I am very good at games, ਵੀ ਮੈਂ ਗੇਮਸ ਦੇ ਵਿੱਚ ਬਹੁਤ ਵਧੀਆ। ਮਾਈ ਫੇਵਰਿਟ ਗੇਮ ਇਜ਼, ਹੁਣ ਤੁਸੀਂ ਬੇਟੇ ਕੋਈ ਵੀ ਆਪਣੀ ਲਿਖ ਸਕਦੇ ਹੋ, ਫੁੱਟਬਾਲ ਲਿਖ ਸਕਦੇ ਹੋ, ਬੈਡਮਿੰਟਨ ਲਿਖ ਸਕਦੇ ਹੋ, ਚਲੋ ਤੁਹਾਡੇ ਅਕੋਰਡਿੰਗਲੀ ਲਿਖਦੇ ਆ ਆਪਾਂ ਫੁੱਟਬਾਲ। I play, ਹੁਣ ਤੁਸੀਂ ਫੁੱਟਬਾਲ ਜਿਹੜੀ ਹੈਗੀ ਹੈ ਇਹਦੇ ਨਾਲ ਜਿਹੜੀ ਵੀ ਗੇਮ ਖੇਲਦੇ ਹੋ, ਜੇ ਇੱਥੇ ਫੁੱਟਬਾਲ ਲਿਖਿਆ ਤਾਂ ਇੱਥੇ ਵੀ ਫੁੱਟਬਾਲ ਲਿਖਾਂਗੇ। I play football, ਕਿਹਦੇ ਨਾਲ ਖੇਲਦੇ ਹੋ ਫੁੱਟਬਾਲ, with my friends, friends ਨਾਲ ਹੀ ਖੇਲਦੇ ਹੋ ਨਾ, FRI। ਹੁਣ ਇੱਥੇ ਬੱਚੋ ਸਪੈਲਿੰਗ ਤੁਹਾਡੇ ਸਹੀ ਹੋਣੇ ਚਾਹੀਦੇ ਫਰੈਂਡਸ ਦੇ। We are, ਹੁਣ ਤੁਸੀਂ ਕੀ ਹੋ, We are ਕਿੰਨੇ ਮੈਂਬਰਸ ਹੋ, ਟੀਮ ਮੈਂਬਰਸ। ਹੁਣ ਫੁੱਟਬਾਲ ਦੇ ਵਿੱਚ ਕਿੰਨੇ ਮੈਂਬਰਸ ਹੁੰਦੇ 11, ਤਾਂ ਆਪਾਂ ਇੱਥੇ 11 ਲਿਖ ਦਾਂਗੇ। ਤਾਂ ਜੇ ਬੱਚੋ ਇੱਥੇ ਆਊਗਾ ਬੈਡਮਿੰਟਨ ਲਿਖੋਗੇ ਤੁਸੀਂ, ਫਿਰ ਤੁਸੀਂ ਇੱਥੇ 5 ਲਿਖ ਦੋਗੇ। ਗੇਮ ਦੇ ਅਕੋਰਡਿੰਗਲੀ ਟੀਮ ਮੈਂਬਰਸ ਲਿਖਣੇ ਆ। I am the dash of my team, ਤਾਂ ਤੁਸੀਂ ਲਿਖ ਦੋ ਇੱਥੇ ਕੈਪਟਨ, I am the captain of my team। ਇਹ ਬੱਚੋ ਤੁਹਾਡਾ ਹੋ ਗਿਆ। ਨੈਕਸਟ ਹੁਣ ਦੇਖੋ ਬੇਟੇ ਆਹ ਪਿਕਚਰ ਕਿਹਦੀ ਹੈ, ਇਹ ਤੁਹਾਡੀ ਪਿਕਚਰ ਉਹਦੇ ਚ ਆਈ ਹੋਈ ਹੈ ਨਾ ਗ੍ਰੈਂਡਮਦਰ ਵਾਲੇ ਚ। ਤਾਂ ਉਹਨੇ ਕੀ ਲਿਖਿਆ ਰਾਈਟ 3 ਸਿੰਪਲ ਸੈਂਟੈਂਸਸ ਅਬਾਊਟ ਦਾ ਗਿਵਨ ਪਿਕਚਰ। ਵੀ ਇਹ ਪਿਕਚਰ ਬਾਰੇ ਤੁਸੀਂ 3 ਸਿੰਪਲ ਸੈਂਟੈਂਸ ਲਿਖਣੇ ਆ, ਕੋਈ ਟਫ ਨਹੀਂ ਲਿਖਣੇ। ਤਾਂ ਤੁਸੀਂ ਸਿੰਪਲੀ ਲਿਖ ਸਕਦੇ ਹੋ ਸ਼ੀ ਇਜ਼ ਮਾਈ ਗ੍ਰੈਂਡਮਦਰ, ਗ੍ਰੈਂਡਮਦਰ ਦੀ ਤਰ੍ਹਾਂ ਹੀ ਲੱਗ ਰਿਹਾ ਨਾ ਇਹ। she is my
ग्रैंड मदर। ठीक है बच्चों, शी इज माई ग्रैंड मदर, फुल स्टॉप आ जाऊगा। ਹੁਣ ਉਹਦੇ ਚ ਆਇਆ ਸੀ ਨਾ ਵੀ ਸਮਾਈਲ ਐਂਡ ਹਗ ਈਚ ਅਦਰ, ਤਾਂ ਇਹਦੇ ਚ ਆਪਾਂ ਲਿਖ ਦਿੰਦੇ ਆ ਵੀ ਸਮਾਈਲ ਮਤਲਬ ਹੁੰਦਾ ਹੈ ਹੱਸਣਾ, ਵੀ ਸਮਾਈਲ ਐਂਡ ਹਗ ਮਤਲਬ ਹੁੰਦਾ ਹੈ ਜੱਫੀ ਪਾਣਾ, ਦਾਦੀ ਨੂੰ ਪਾਉਂਦੇ ਹੋ ਨਾ, ਪਿਆਰ ਕਰਦੇ ਹੋ ਤੁਸੀਂ। ਵੀ ਸਮਾਈਲ ਐਂਡ ਹਗ ਈਚ ਅਦਰ, ਵੀ ਅਸੀਂ ਆਪਸ ਦੇ ਵਿੱਚ ਹੱਸਦੇ हैं और हग करते हैं। तो वी आर सो मच अलाइक, असी काफी मिलते जुलते हैं। वी आर सो मच अलाइक। तो ये बेटे तुहाडी इंग्लिश दी होगी वर्कशीट कंप्लीट। वर्कशीट नंबर 3 ਇਹ ਵੀ ਮੈਨੂੰ ਕਿਸੇ ਬੱਚੇ ਦਾ ਮੈਸੇਜ ਆਇਆ ਸੀ। ਤਾਂ ਹੋਰ ਵੀ ਜਿਹੜੀਆਂ ਵੀ ਤੁਹਾਨੂੰ ਵਰਕਸ਼ੀਟ ਦੀ ਲੋੜ ਹੈ, ਕੁਝ ਨਹੀਂ ਸਮਝ ਆ ਰਹੀ, ਤਾਂ ਬੱਚੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪਾਓ। ਤਾਂ ਜਿਹੜੀ ਜਲਦੀ ਚਾਹੀਦੀ ਹੈ ਉਹ ਮੈਂ ਨਾਲ ਦੀ ਨਾਲ ਤੁਹਾਡੀ ਅਪਲੋਡ ਕਰਕੇ ਪਾਉਂਗੀ। ਓਕੇ ਬੱਚੋ, ਆਲ ਦਾ ਬੈਸਟ, ਥੈਂਕ ਯੂ।